ਤੇ ਅੱਜ ਦਾ ਜਿਹੜਾ ਫੋਲੋ ਅਪ ਕੁਐਸਚਨਸ ਮੈਂ ਤੁਹਾਨੂੰ ਡਿਸਕਸ ਕਰਵਾਉਣ ਜਾ ਰਿਹਾ ਇਹ ਬਿਲਕੁਲ ਅਲੱਗ ਹੈ ਬਾਕੀ ਸਾਰਿਆਂ ਤੋਂ। ਬਾਕੀ ਸਾਰੇ ਹੋਰ ਜਿਹੜੀ ਵੀ ਬੁੱਕ ਦੇ ਵਿੱਚ ਤੁਸੀਂ ਆਨਸਰ ਨਹੀਂ ਦੇਖੇ ਹੋਣਗੇ ਕਿਉਂਕਿ ਇਹ ਸੈਲਫ ਪ੍ਰਿਪੇਅਰਡ ਹੈਗੇ। ਤੇ ਵੀਡੀਓ ਪੂਰੀ ਜ਼ਰੂਰ ਵੇਖਿਓ, ਫਿਰ ਨਾ ਕਿਹੋ ਦੱਸਿਆ ਨਹੀਂ। ਓਕੇ, ਵਾਟਸ ਅਪ ਫੋਕਸ, ਕੀ ਹਾਲ ਚਾਲ ਨੇ ਜੀ ਸਾਰਿਆਂ ਦੇ। ਯੂ ਆਰ ਵਾਚਿੰਗ ਐਕਸਲ ਆਇਲਸ ਐਂਡ ਆਈ ਐਮ ਯੋਰ ਹੋਸਟ ਐਂਡ ਟ੍ਰੇਨਰ ਹਰਬਿੰਦਰ ਚਹਿਲ। ਤੁਸੀਂ ਸਾਰਿਆਂ ਨੇ ਫੋਲੋ ਅਪ ਕੁਐਸਚਨਸ ਨੂੰ ਜ਼ਿਆਦਾਤਰ ਸਟੂਡੈਂਟਸ ਤੇ ਇਵਨ ਟ੍ਰੇਨਰਸ ਇਗਨੋਰ ਕਰ ਦਿੰਦੇ ਹੈਗੇ, ਉਹਨਾਂ ਨੂੰ ਕੁਝ ਇੰਪੋਰਟੈਂਟ ਨਹੀਂ ਸਮਝਦੇ। ਜ਼ਿਆਦਾ ਫੋਕਸ ਸਾਰਿਆਂ ਦਾ ਕਿਊ ਕਾਰਡ ਦੇ ਉੱਪਰ ਹੀ ਹੁੰਦਾ ਗਾ, ਪਰ ਨਹੀਂ, ਫੋਲੋ ਅਪ ਕੁਐਸਚਨਸ ਵੀ ਓਨੇ ਹੀ ਇੰਪੋਰਟੈਂਟ ਹੈਗੇ। ਐਕਚੁਅਲੀ ਤੁਹਾਡੀ ਸਪੀਕਿੰਗ ਦੇ ਵਿੱਚ ਤਿੰਨਾਂ ਪਾਰਟਸ ਦੀ ਬਰਾਬਰ ਦੀ ਵੇਟੇਜ ਹੈਗੀ, ਬਰਾਬਰ ਦੀ ਬੈਂਡ ਸਕੋਰ ਲੱਗਣਗੇ। ਓਕੇ, ਇਹਦੇ ਵਿੱਚ ਹੁਣ ਇੰਟਰੋ ਕੁਐਸਚਨਸ ਹੈ, ਕਿਊ ਕਾਰਡਸ ਹੈ ਤੇ ਫੋਲੋ ਅਪ ਹੈ। ਇਹਨਾਂ ਤਿੰਨਾਂ ਦੀ ਬਰਾਬਰ ਦੀ ਇੰਪੋਰਟੈਂਸ ਹੈਗੀ। ਦੇ ਹੈਵ ਇਕੁਅਲ ਇੰਪੋਰਟੈਂਸ in your speaking test, and your speaking scores will be assessed on the behalf of these three equally. ਤੁਸੀਂ ਤਿੰਨਾਂ ਦੇ ਵਿੱਚ ਹੀ ਵਧੀਆ ਜਵਾਬ ਦੇਣਾ ਬਹੁਤ ਜ਼ਰੂਰੀ ਹੈਗਾ ਜੇ ਤੁਸੀਂ ਵਧੀਆ ਬੈਂਡ ਸਕੋਰ ਚਾਹੁੰਦੇ ਹੋਗੇ। ਤੇ ਅੱਜ ਦਾ ਜਿਹੜਾ ਫੋਲੋ ਅਪ ਕੁਐਸਚਨਸ ਮੈਂ ਤੁਹਾਨੂੰ ਡਿਸਕਸ ਕਰਵਾਉਣ ਜਾ ਰਿਹਾ ਇਹ ਬਿਲਕੁਲ ਅਲੱਗ ਹੈ ਬਾਕੀ ਸਾਰਿਆਂ ਤੋਂ। ਬਾਕੀ ਸਾਰੇ ਹੋਰ ਜਿਹੜੀ ਵੀ ਬੁੱਕ ਦੇ ਵਿੱਚ ਤੁਸੀਂ ਆਨਸਰ ਨਹੀਂ ਦੇਖੇ ਹੋਣਗੇ ਕਿਉਂਕਿ ਇਹ ਸੈਲਫ ਪ੍ਰਿਪੇਅਰਡ ਹੈਗੇ। ਤੇ ਵੀਡੀਓ ਪੂਰੀ ਜ਼ਰੂਰ ਵੇਖਿਓ, ਫਿਰ ਨਾ ਕਿਹੋ ਦੱਸਿਆ ਨਹੀਂ। ਓਕੇ, ਸੋ ਲੈਟਸ ਸਟਾਰਟ। Talk about a street market, ਜਿਹੜਾ ਪਹਿਲਾ ਕਿਊ ਕਾਰਡ ਹੈਗਾ ਉਹਦੇ ਫੋਲੋ ਅਪ ਕੁਐਸਚਨਸ ਹੈਗੇ that we are going to discuss today. So the first question is, do you like shopping online or going out for shopping? So first question ਹੈਗਾ ਇਹ। So answer to this question is, I believe both are equally beneficial. ਮੈਨੂੰ ਲੱਗਦਾ ਕਿ ਦੋਨੇ ਹੀ ਬਰਾਬਰ ਦੇ ਬੈਨੀਫਿਟ ਹੈਗਾ, ਦੋਨਾਂ ਦਾ equally beneficial ਨੇਗੇ। I mean it depends। ਹੁਣ ਆਪਾਂ ਇੱਥੇ ਕਲੈਰੀਫਿਕੇਸ਼ਨ ਦੇ ਰਹੇ ਹਾਂ ਕਿ equally beneficial ਕਿਵੇਂ ਹੈਗੇ। ਓਕੇ, ਇਹ ਹਮੇਸ਼ਾ ਧਿਆਨ ਰੱਖੋ ਕਿ ਤੁਹਾਡੀ ਸਪੀਕਿੰਗ ਹੈ ਜਿਹੜੀ ਹੈ, ਤੁਹਾਡੇ ਆਨਸਰਸ ਹੈ ਜਿਹੜੇ ਉਹ ਇੱਕ ਤਰੀਕੇ ਨਾਲ ਗੱਲਬਾਤ ਕਰਦੇ ਲੱਗਣੇ ਚਾਹੀਦੇ ਹੈ ਕਿ ਰਟੇ ਰਟਾਏ ਜਿਹੇ ਨਾ ਲੱਗਣ। ਸੋ ਇਹ ਬਹੁਤ ਸਿੰਪਲ ਆਨਸਰ ਹੈਗੇ ਜਿਹੜੇ ਕਿ ਤੁਹਾਨੂੰ ਈਜ਼ੀਲੀ ਸਮਝ ਆ ਜਾਣਗੇ। ਆਈ ਮੀਨ ਇਟ ਡਿਪੈਂਡਸ ਅਪੋਨ ਦ ਪ੍ਰੋਡਕਟ। ਦੋਨੇ ਹੀ ਬਰਾਬਰ ਵਧੀਆ ਨੇਗੇ, ਆਨਲਾਈਨ ਸ਼ਾਪਿੰਗ ਤੇ ਸ਼ਾਪਿੰਗ ਜਿਹੜੀ ਮਾਰਕੀਟ ਦੇ ਵਿੱਚ ਕਰਦੇ ਹਾਂ ਆਪਾਂ। ਪਰ ਮੇਨਲੀ ਇਹ ਚੀਜ਼ ਹੈਗੀ ਜਿਹੜੀ ਉਹ ਪ੍ਰੋਡਕਟ ਦੇ ਉੱਪਰ ਡਿਪੈਂਡ ਕਰਦੀ ਹੈਗੀ ਕਿ ਕਿਹੋ ਜਿਹਾ ਬਾਏ ਕਰਨਾਗਾ। ਇਫ ਆਈ ਹੈਵ ਟੂ ਬਾਏ, ਉਹਦੀ ਅੱਗੇ ਐਕਸਪਲੇਨੇਸ਼ਨ ਹੈ, ਇਫ ਆਈ ਹੈਵ ਟੂ ਬਾਏ ਸਮਥਿੰਗ ਦੈਟ ਹੈਜ਼ ਵਾਰੰਟੀ, ਕੋਈ ਇਹੋ ਜਿਹੀ ਚੀਜ਼ ਸਪੈਸ਼ਲੀ ਜਿਹਦੇ ਉੱਪਰ ਆਪਾਂ ਨੂੰ ਗਾਰੰਟੀ ਜਾਂ ਵਾਰੰਟੀ ਮਿਲ ਜਾਂਦੀ ਹੈਗੀ, ਆਈ ਪ੍ਰੈਫਰ ਟੂ ਸ਼ਾਪ ਆਨਲਾਈਨ। ਸੋ ਇਹੋ ਜਿਹੀਆਂ ਚੀਜ਼ਾਂ ਮੈਂ ਹਮੇਸ਼ਾ ਪ੍ਰੈਫਰ ਕਰਦਾ ਕਿ ਮੈਂ ਆਨਲਾਈਨ ਸ਼ਾਪਿੰਗ ਕਰਾਂ। ਐਜ਼ ਮੈਨੀ ਸਾਈਟਸ, ਕਿਉਂਕਿ ਐਜ਼ ਇੱਥੇ ਬਿਕੋਜ਼ ਵਾਂਗੂ ਆ, ਕਿਉਂਕਿ many sites such as Amazon, Flipkart and Myntra, ਜਿਹੜੀਆਂ ਇਹੋ ਜਿਹੀਆਂ e-commerce sites ਨੇਗੀਆਂ, ਓਕੇ, they offer attractive discounts, ਬਹੁਤ ਵਧੀਆ ਡਿਸਕਾਊਂਟ ਆਫਰ ਕਰਦੀਆਂ ਨੇਗੀਆਂ ਇਹ। ਅਦਰਵਾਈਜ਼ ਵਰਨਾ I usually purchase from the market of my town, ਨਹੀਂ ਤਾਂ ਜੇ ਕੋਈ ਹੋਰ ਚੀਜ਼ ਬਾਏ ਕਰਨੀ ਹੈਗੀ ਤਾਂ ਮੈਂ ਅਕਸਰ ਉਹ ਆਪਦੀ ਮਾਰਕੀਟ ਹੈਗੀ ਜਿਹੜੀ ਮੇਰੇ ਟਾਊਨ ਦੀ ਜਾਂ ਮੇਰੇ ਸਿਟੀ ਦੀ ਉਹਦੇ ਵਿੱਚੋਂ ਬਾਏ ਕਰ ਦਾਂਗਾ। ਐਜ਼ ਵੀ ਕੈਨ ਚੈੱਕ ਦ ਕੁਆਲਿਟੀ, ਆਪਾਂ ਕੁਆਲਿਟੀ ਵੀ ਚੈੱਕ ਕਰ ਸਕਦੇ ਹਾਂਗੇ ਆਫ ਦ ਪ੍ਰੋਡਕਟ ਐਂਡ ਮੇਕ ਸ਼ੋਰ ਦੈਟ ਇਟਸ ਨਾਟ ਡਿਫੈਕਟਿਵ। ਆਪਾਂ ਉਹਦੀ ਕੁਆਲਿਟੀ ਵੀ ਚੈੱਕ ਕਰ ਲੈਂਦੇ ਹਾਂ, ਉਹਨੂੰ ਸਾਹਮਣੇ ਦੇਖ ਕੇ ਪ੍ਰੋਡਕਟ ਨੂੰ ਕਿ ਕਿਸ ਕੁਆਲਿਟੀ ਦਾ ਪ੍ਰੋਡਕਟ ਹੈਗਾ, ਤੇ ਇਹ ਵੀ ਧਿਆਨ ਰੱਖਦੇ ਹਾਂ ਕਿ ਉਹ ਡਿਫੈਕਟਿਵ ਨਾ ਹੋਵੇ। ਓਕੇ, ਸੋ ਦ ਸੈਕੰਡ ਕੁਐਸਚਨ ਇਜ਼, what is the difference between shopping with friends and shopping alone? ਕੀ ਫਰਕ ਹੈਗਾ ਜੇ ਆਪਾਂ ਫਰੈਂਡਸ ਦੇ ਨਾਲ ਸ਼ਾਪਿੰਗ ਦੇ ਉੱਪਰ ਜਾਈਏ ਤੇ ਖੁਦ ਇਕੱਲੇ ਸ਼ਾਪਿੰਗ ਕਰੀਏ। ਸ਼ਾਪਿੰਗ ਵਿਦ ਫਰੈਂਡਸ ਇਜ਼ ਕੁਆਇਟ ਅ ਪਲੈਜ਼ੈਂਟ ਐਕਸਪੀਰੀਅੰਸ, ਇੱਕ ਬਹੁਤ ਵਧੀਆ ਐਕਸਪੀਰੀਅੰਸ ਹੈਗਾ। ਇਹਦੀ ਵਰਡ ਦੀ ਪ੍ਰੋਨਾਂਸੀਏਸ਼ਨ ਹੈ ਜਿਹੜੀ ਪਲੈਜ਼ੈਂਟ ਹੈਗੀ, ਪਲੀਜ਼ ਬੀ ਕੇਅਰਫੁਲ। ਬਹੁਤ ਪਲੈਜ਼ੈਂਟ ਐਕਸਪੀਰੀਅੰਸ ਹੈਗਾ, ਮਤਲਬ ਜੇ ਆਪਾਂ ਫਰੈਂਡਸ ਦੇ ਨਾਲ ਸ਼ਾਪਿੰਗ ਕਰੀਏ ਬਹੁਤ ਵਧੀਆ ਐਕਸਪੀਰੀਅੰਸ ਹੁੰਦਾ ਹੈਗਾ। ਵੀ ਕੈਨ ਗੈਟ ਦੇਅਰ ਓਪੀਨੀਅਨ ਅਬਾਊਟ ਦ ਥਿੰਗਸ, ਸਾਨੂੰ ਆਪਣੇ ਫਰੈਂਡਸ ਦੀ ਜਿਹੜੀ ਰਾਏ ਹੈਗੀ, ਓਪੀਨੀਅਨ ਮਤਲਬ ਉਹਨਾਂ ਦੀ ਰਾਏ ਹੈਗੀ ਜਿਹੜੀ ਉਹ ਮਿਲ ਜਾਂਦੀ ਹੈਗੀ। ਠੀਕ ਹੈ, ਜਿਹੜੀ ਵੀ ਚੀਜ਼ ਆਪਾਂ ਬਾਏ ਕਰ ਰਹੇ ਹਾਂ ਉਹਦੇ ਬਾਰੇ, ਥਿੰਗਸ ਸੱਚ ਐਜ਼ ਕਲੋਥਸ, ਐਕਸੈਸਰੀਜ਼ ਔਰ ਅਦਰ ਸਟੱਫ, ਜਾਂ ਕੋਈ ਵੀ ਹੋਰ ਚੀਜ਼ ਆਪਾਂ ਬਾਏ ਕਰ ਰਹੇ ਹੈਗੇ। ਆਲਸੋ ਐਜ਼ ਫਰੈਂਡਸ ਆਰ ਯੂਜੂਅਲੀ ਏਜ ਮੇਟਸ, ਜਿਵੇਂ ਕਿ ਉਹ ਆਪਣੇ ਹੀ ਹਮ ਉਮਰ ਹੁੰਦੇ ਨੇਗੇ। ਏਜ ਮੇਟਸ ਦਾ ਮਤਲਬ ਹੈਗਾ ਜਿਹੜੇ ਹਮ ਉਮਰ ਹੁੰਦੇ ਹੈਗੇ। ਸੋ ਐਜ਼ ਫਰੈਂਡਸ ਆਰ ਯੂਜੂਅਲੀ ਏਜ ਮੇਟਸ ਐਂਡ ਨੋ ਅਸ ਕੁਆਇਟ ਵੈਲ, ਤੇ ਆਪਾਂ ਨੂੰ ਕਾਫੀ ਚੰਗੀ ਤਰ੍ਹਾਂ ਜਾਣਦੇ ਹੁੰਦੇ ਹੈਗੇ। ਸੋ ਦੇ ਕੈਨ ਗਾਈਡ ਅਸ ਬੈਟਰ, ਸੋ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਗਾਈਡ ਕਰ ਸਕਦੇ ਹੈਗੇ ਅਬਾਊਟ ਦ ਲੇਟੈਸਟ ਟ੍ਰੈਂਡਸ, ਜਿਹੜੇ ਵੀ ਕੋਈ ਲੇਟੈਸਟ ਟ੍ਰੈਂਡ ਚੱਲ ਰਹੇ ਹੈਗੇ, ਔਰ ਵਟ ਲੁਕਸ ਗੁੱਡ ਔਨ ਅਸ, ਜਾਂ ਫਿਰ ਕਿਹੜੀ ਚੀਜ਼ ਵਧੀਆ ਰਹੂਗੀ। ਵੈਨ ਆਈ ਗੋ ਅਲੋਨ, ਤੇ ਜਦੋਂ ਵੀ ਕਦੇ ਮੈਂ ਇਕੱਲਾ ਜਾਣਾਗਾ, ਇਟਸ ਕੁਆਇਟ ਹਾਰਡ ਫॉर ਮੀ, ਬਹੁਤ ਔਖਾ ਹੋ ਜਾਂਦਾਗਾ ਮੇਰੇ ਲਈ, ਟੂ ਮੇਕ ਅ ਚੁਆਇਸ ਜਾਂ ਫਿਰ ਚੂਜ਼, ਦੋਨਾਂ ਚੋਂ ਕੋਈ ਵੀ ਇੱਕ ਵਰਡ ਯੂਜ਼ ਕਰ ਸਕਦੇ ਹੋਗੇ, ਮੇਕ ਅ ਚੁਆਇਸ ਜਾਂ ਚੂਜ਼, ਫॉर ਮੀ ਟੂ ਚੂਜ਼ ਫਰੋਮ ਦ ਅਵੇਲੇਬਲ ਆਪਸ਼ਨਸ,
ਤੇ ਮੈਨੂੰ ਜਿਹੜੀਆਂ ਅਵੇਲੇਬਲ ਆਪਸ਼ਨਸ, ਜਿਵੇਂ ਕਿ ਸਪੋਜ਼ ਆਪਾਂ ਕੋਈ ਟੀ-ਸ਼ਰਟ ਲੈਣੀ ਚਲੇ ਗਏ ਤਾਂ ਉਹਦੇ ਵਿੱਚ ਆਪਾਂ ਨੂੰ 5-7 ਟੀ-ਸ਼ਰਟਸ ਨੇਗੀਆਂ ਤਾਂ ਆਪਾਂ ਨੂੰ 3-4 ਪਸੰਦ ਆ ਗਈਆਂ, ਤਾਂ ਉਹਨਾਂ ਦੇ ਵਿੱਚ ਕੋਈ ਇੱਕ ਚੂਜ਼ ਕਰਨ ਦੇ ਵਿੱਚ ਬਹੁਤ ਮੁਸ਼ਕਿਲ ਹੁੰਦੀ ਹੈਗੀ। ਪਰ ਜੇ ਫਰੈਂਡਸ ਹੋਣ ਤਾਂ ਉਹ ਆਪਾਂ ਨੂੰ ਬਹੁਤ ਵਧੀਆ ਰਾਏ ਦੇ ਦਿੰਦੇ ਆ ਤੇ ਆਪਾਂ ਨੂੰ ਹੈਲਪ ਵੀ ਕਰ ਦਿੰਦੇ ਆ ਚੂਜ਼ ਕਰਨ ਦੇ ਵਿੱਚ। ਓਕੇ, ਨੈਕਸਟ ਕੁਐਸਚਨ ਇਜ਼ ਵਾਟ ਆਰ ਦ ਡਿਸਐਡਵਾਂਟੇजेस ਆਫ ਸ਼ਾਪਿੰਗ ਇਨ ਅ ਬਿਗ ਮਾਲ। ਜਿਹੜੀ ਕਿਸੇ ਵੀ ਵੱਡੇ ਮਾਲ ਦੇ ਵਿੱਚ ਆਪਾਂ ਸ਼ਾਪਿੰਗ ਕਰਨ ਜਾਂਦੇ ਹਾਂ ਉਹਦੀਆਂ ਡਿਸਐਡਵਾਂਟੇजेस ਕੀ ਨੇਗੀਆਂ। ਇਨ ਦ ਮਾਲਸ nobody is there to guide you about the quality or features of the product। ਅਕਸਰ ਮਾਲਸ ਦੇ ਵਿੱਚ ਸਿਰਫ ਪ੍ਰੋਡਕਟ ਪਏ ਹੁੰਦੇ ਹੈਗੇ, ਜ਼ਿਆਦਾਤਰ ਪ੍ਰੋਪਰ ਡਿਟੇਲਡ ਇਨਫੋਰਮੇਸ਼ਨ ਨਹੀਂ ਆਪਾਂ ਨੂੰ ਮਿਲਦੀ ਹੈਗੀ ਕਿ ਕਿਸੇ ਵੀ ਪ੍ਰੋਡਕਟ ਬਾਰੇ। ਓਕੇ, ਯੂ ਹੈਵ ਟੂ ਡਿਸਾਈਡ ਔਨ ਯੂ ਓਨ, ਤੇ ਆਪਾਂ ਨੂੰ ਖੁਦ ਹੀ ਡਿਸਾਈਡ ਕਰਨਾ ਪੈਂਦਾ ਹੈਗਾ ਜ਼ਿਆਦਾਤਰ। ਐਂਡ ਸਮਟਾਈਮਸ ਇਟਸ ਕੁਆਇਟ ਡਿਫਿਕਲਟ, ਤੇ ਕਈ ਵਾਰੀ ਇਹ ਡਿਸੀਜਨ ਲੈਣਾ ਜਿਹੜਾ ਹੈਗਾ ਬਹੁਤ ਔਖਾ ਹੋ ਜਾਂਦਾ ਹੈਗਾ, ਬਿਕਾਜ਼ ਦੇਰ ਆਰ ਨਿਊਮਰਸ ਵੇਰੀਐਂਟਸ ਆਫ ਦ ਸੇਮ ਪ੍ਰੋਡਕਟ। ਕਿਉਂਕਿ ਬਹੁਤ ਸਾਰੀਆਂ ਵੈਰਾਈਟੀਜ਼ ਹੈ ਜਾਂ ਵੇਰੀਐਂਟਸ ਹੈਗੇ, ਜਿਹੜੇ ਅਲੱਗ-ਅਲੱਗ ਟਾਈਪ ਦੇ ਪ੍ਰੋਡਕਟਸ ਹੈਗੇ, ਆਪਸ਼ਨਸ ਨੇ ਜਿਹੜੀਆਂ ਆਪਾਂ ਨੂੰ ਮਿਲ ਜਾਂਦੀਆਂ ਨੇ ਕਿਸੇ ਵੀ ਪ੍ਰੋਡਕਟ ਦੇ ਵਿੱਚ, ਤੇ ਆਪਾਂ ਨੂੰ ਉਹ ਚੂਜ਼ ਕਰਨਾ ਬਹੁਤ ਔਖਾ ਹੋ ਜਾਂਦਾ। ਹੁਣ ਜਿਵੇਂ ਕਿ ਤੁਸੀਂ ਭਾਵੇਂ ਕੋਈ ਸਿੰਪਲ ਚੀਜ਼ ਹੀ ਲੈਣ ਚੱਲੇ ਹੋ, ਲੈਟਸ ਸੇ ਤੁਸੀਂ ਟੁੱਥਪੇਸਟ ਹੀ ਲੈਣ ਚੱਲੇ ਹੋਗੇ, ਤੁਹਾਡੇ ਕੋਲ 5-7 ਵੇਰੀਐਂਟਸ ਨੇਗੇ, ਤਾਂ ਤੁਹਾਨੂੰ ਔਖਾ ਹੋ ਜਾਊਗਾ ਜਾਂ ਡਿਫਿਕਲਟ ਹੋ ਜਾਂਦਾ ਥੋੜਾ ਜਿਹਾ ਚੂਜ਼ ਕਰਨਾ ਕਿ ਤੁਸੀਂ ਕਿਹੜੀ ਚੀਜ਼ ਲਓ। ਅਪਾਰਟ ਫਰੋਮ ਦਿਸ, ਇਸ ਤੋਂ ਇਲਾਵਾ ਐਜ਼ ਦੇਰ ਆਰ ਅ ਲੋਟ ਆਫ ਪ੍ਰੋਡਕਟਸ ਔਨ ਡਿਸਪਲੇ, ਜਿਵੇਂ ਕਿ ਸ਼ੋਰੂਮਸ ਦੇ ਵਿੱਚ ਜਾਂ ਫਿਰ ਮਾਲਸ ਦੇ ਵਿੱਚ ਬਹੁਤ ਸਾਰੇ ਪ੍ਰੋਡਕਟਸ ਹੁੰਦੇ ਹੈਗੇ ਡਿਸਪਲੇ ਦੇ ਉੱਪਰ, ਸੋ ਪੀਪਲ ਆਲਵੇਜ਼ ਐਂਡ ਅਪ ਬਾਇੰਗ ਮੋਰ ਪ੍ਰੋਡਕਟਸ। ਤਾਂ ਲੋਕ ਅਕਸਰ ਜ਼ਿਆਦਾਤਰ ਦੇਖ ਕੇ ਹੀ ਕਿਤੇ ਨਾ ਕਿਤੇ ਜ਼ਿਆਦਾ ਚੀਜ਼ਾਂ ਬਾਏ ਕਰ ਲੈਂਦੇ ਹੈਗੇ, ਵਿਚ ਲੀਡਸ ਟੂ ਐਕਸੈਸਿਵ ਐਕਸਪੈਂਡੀਚਰ। ਤੇ ਉਹ ਜਿੰਨੀ ਲੋੜ ਨਹੀਂ ਹੁੰਦੀ ਉਸ ਤੋਂ ਵੀ ਜ਼ਿਆਦਾ ਚੀਜ਼ਾਂ ਬਾਏ ਕਰ ਲੈਂਦੇ ਹੈਗੇ, ਤੇ ਜਿਹਦੇ ਕਰਕੇ ਐਕਸੈਸਿਵ ਐਕਸਪੈਂਡੀਚਰ ਹੁੰਦਾ ਹੈਗਾ, ਜ਼ਿਆਦਾ ਖਰਚਾ ਹੁੰਦਾ ਹੈਗਾ। ਅਨਦਰ ਡਿਸਐਡਵਾਂਟੇਜ ਇਜ਼, ਹੁਣ ਤੀਸਰੀ ਜਿਹੜੀ ਡਿਸਐਡਵਾਂਟੇਜ ਹੈਗੀ ਉਹਦੀ, ਇਜ਼ ਦੈਟ ਮੋਸਟ ਬਿਗ ਮਾਲਸ ਆਰ ਇਨ ਸਬਰਬਸ। ਜ਼ਿਆਦਾਤਰ ਜਿਹੜੇ ਵੱਡੇ ਮਾਲ ਹੈਗੇ ਉਹ ਸ਼ਹਿਰ ਤੋਂ ਬਾਹਰ ਨੇ, ਐਂਡ ਸੋ ਪਰਸਨਲ ਟਰਾਂਸਪੋਰਟ ਇਜ਼ ਰਿਕੁਆਇਰਡ। ਤੇ ਉਹਨਾਂ ਲਈ ਆਪਾਂ ਨੂੰ ਪਰਸਨਲ ਟਰਾਂਸਪੋਰਟ, ਜਿਵੇਂ ਕਿ ਆਪ ਦਾ ਵਹੀਕਲ ਜਿਹੜਾ ਹੈਗਾ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਓਕੇ, ਆਈ ਹੋਪ ਤੁਹਾਨੂੰ ਇਹ ਸਮਝ ਆ ਰਹੇ ਹੋਣਗੇ। ਬਹੁਤ ਵਧੀਆ ਸੈਂਪਲ ਆਨਸਰ ਨੇ ਯਾਰ, ਅਜੇ ਇਹ ਬਿਲਕੁਲ ਅਲੱਗ ਨੇਗੇ ਬਾਕੀ ਦੀਆਂ ਬੁੱਕਸ ਨਾਲੋਂ, ਜਾਂ ਕਿਤੇ ਵੀ ਹੋਰ ਤੁਸੀਂ ਕੀਤੇ ਹੋਣਗੇ, ਸਿੰਪਲ ਨੇਗੇ। ਇਹਨਾਂ ਨੂੰ ਜ਼ਰੂਰ ਟਰਾਈ ਕਰਕੇ ਦੇਖਿਓ ਜੀ, ਇਟ ਵਿਲ ਰੀਅਲੀ ਹੈਲਪ ਯੂ ਇਨ ਯੂਰ ਸਪੀਕਿੰਗ। ਓਕੇ, ਲੈਟਸ ਪ੍ਰੋਸੀਡ ਵਿਦ ਦ ਨੈਕਸਟ ਕੁਐਸਚਨ। Why do people like to buy branded products? ਲੋਕਾਂ ਨੂੰ branded products ਖਰੀਦਣਾ ਕਿਉਂ ਪਸੰਦ ਹੈ? Products from reputed manufacturers ਜਾਂ ਫਿਰ brands, products from reputed manufacturers or brands are preferred as they are durable। prefer ਕੀਤੇ ਜਾਂਦੇ ਹੈਗੇ products ਹੈਗੇ as, ਇੱਥੇ again because ਵਾਂਗੂ ਆਂਗਾ, they are because they are durable। ਓਕੇ, ਕਿਉਂਕਿ ਉਹ ਡਿਊਰੇਬਲ ਹੁੰਦੇ ਹੈਗੇ ਤਾਂ ਲੰਬਾ ਚੱਲਣ ਵਾਲੀ ਚੀਜ਼ ਹੁੰਦੀ ਹੈ। ਜ਼ਿਆਦਾਤਰ ਜਿਹੜੀਆਂ ਬ੍ਰਾਂਡਡ ਜਾਂ ਵਧੀਆ ਕੁਆਲਿਟੀ ਦੀਆਂ ਚੀਜ਼ਾਂ ਨੇਗੀਆਂ ਉਹ ਜ਼ਿਆਦਾ ਲੰਬੀਆਂ ਚੱਲਦੀਆਂ ਨੇਗੀਆਂ, ਤਾਂ ਉਸ ਚੀਜ਼ ਨੂੰ ਆਪਾਂ ਕਹਿ ਦਿੰਦੇ ਹਾਂ ਡਿਊਰੇਬਲ। ਸੋ ਦੇ ਲਾਸਟ ਲੌਂਗਰ, ਤਾਂ ਉਹ ਜ਼ਿਆਦਾ ਚੱਲਦੇ ਆ। ਸੋ ਦੇ ਆਰ ਆਫ ਸੁਪੀਰੀਅਰ ਕੁਆਲਿਟੀ, ਵਧੀਆ ਕੁਆਲਿਟੀ ਦੇ ਹੁੰਦੇ ਹੈਗੇ, ਐਂਡ ਦੇਅਰ ਆਫਟਰ ਸੇਲ ਸਰਵਿਸ ਇਜ਼ ਆਲਸੋ ਕੁਆਇਟ ਗੁੱਡ। ਹੁਣ ਜਿਵੇਂ ਕਿ ਆਪਾਂ ਕੋਈ ਵੀ ਪ੍ਰੋਡਕਟ ਲੈ ਲਿਆ, ਭਾਵੇਂ ਆਪਾਂ ਕੋਈ ਫੋਨ ਹੀ ਲੈ ਲਿਆ, ਜੇ ਆਪਾਂ ਕਿਸੇ ਵਧੀਆ ਬ੍ਰਾਂਡ ਦਾ ਲਿਆਗਾ ਤਾਂ ਆਪਾਂ ਨੂੰ ਉਹਦੀ ਆਫਟਰ ਸੇਲ ਸਰਵਿਸ ਹੈ, ਮਤਲਬ ਉਸ ਤੋਂ ਬਾਅਦ ਜੇ ਕੋਈ ਪ੍ਰੋਬਲਮ ਆਉਂਦੀ ਹੈਗੀ ਤਾਂ ਉਹਦੀ ਆਪਾਂ ਨੂੰ ਸਰਵਿਸ ਹੈਗੀ ਜਿਹੜੀ ਉਹ ਕਾਫੀ ਵਧੀਆ ਮਿਲਦੀ ਹੈਗੀ। ਓਕੇ, ਸੋ ਇਹ ਫਾਇਦਾ ਹੈਗਾ ਬ੍ਰਾਂਡਡ ਪ੍ਰੋਡਕਟਸ ਦਾ ਜਾਂ ਵਧੀਆ ਕੁਆਲਿਟੀ ਦੇ ਪ੍ਰੋਡਕਟਸ ਦਾ। ਆਲਸੋ ਓਨਿੰਗ ਬ੍ਰਾਂਡਡ ਥਿੰਗਸ, ਅੱਜ ਕੱਲ੍ਹ ਨਾਲ ਦੀ ਨਾਲ ਅੱਜ ਕੱਲ੍ਹ ਹੈਗਾ ਜਿਹੜਾ ਬ੍ਰਾਂਡਡ ਥਿੰਗਸ ਨੂੰ ਓਨ ਕਰਨਾ, ਮਤਲਬ ਬ੍ਰਾਂਡਡ ਥਿੰਗਸ ਨੂੰ ਰੱਖਣਾ ਜਾਂ ਬ੍ਰਾਂਡਡ ਥਿੰਗਸ ਨੂੰ ਖਰੀਦਣਾ ਹੈਜ਼ ਬਿਕਮ ਅ ਸਟੇਟਸ ਸਿੰਬਲ ਫॉर ਥੀਸ ਡੇਜ਼। ਹੁਣ ਅੱਜ ਕੱਲ੍ਹ ਜਿਹੜਾ ਉਹ ਸਟੇਟਸ ਸਿੰਬਲ ਬਣ ਚੁੱਕਿਆ ਹੈਗਾ। ਓਕੇ, ਸਟੇਟਸ ਸਿੰਬਲ ਹੁੰਦਾ ਹੈਗਾ ਮਤਲਬ ਕਿ ਆਪਦੇ ਵਧੀਆ ਜਾਂ ਚੰਗੇ ਰਹਿਣ ਸਹਿਣ ਦੀ ਨਿਸ਼ਾਨੀ। ਸਟੇਟਸ ਸਿੰਬਲ ਥੀਸ ਡੇਜ਼, ਪੀਪਲ ਲਵ ਟੂ ਫਲੌਂਟ ਜਾਂ ਸ਼ੋ ਆਫ। ਇਹਦਾ ਮਤਲਬ ਹੁੰਦਾ ਹੈਗਾ ਦਿਖਾਵਾ ਕਰਨਾ, ਫਲੌਂਟ ਕਹਿ ਸਕਦੇ ਹੋ ਜਾਂ ਫਿਰ ਸ਼ੋ ਆਫ ਕਹਿ ਸਕਦੇ ਹੋ। ਦੇਅਰ ਬ੍ਰਾਂਡਡ ਪੋਜੈਸ਼ਨਸ, ਜਿਹੜੀਆਂ ਵੀ ਉਹਨਾਂ ਕੋਲ ਬ੍ਰਾਂਡਡ ਚੀਜ਼ਾਂ ਨੇਗੀਆਂ, ਭਾਵੇਂ ਫੋਨ ਹੈ, ਭਾਵੇਂ ਕਾਰ ਹੈ, ਚਾਹੇ ਕੋਈ ਕੱਪੜੇ ਨੇ, ਕੋਈ ਵੀ ਚੀਜ਼ ਹੈਗੀ, ਉਹ ਹਮੇਸ਼ਾ ਉਹਨਾਂ ਨੂੰ ਸ਼ੋ ਆਫ ਕਰਦੇ ਹੈਗੇ ਆਪਦੇ ਬ੍ਰਾਂਡਡ ਥਿੰਗਸ। ਓਕੇ, then last question in this category is, in your opinion, are big discounts real or just an advertisement? ਕਿ ਜਿਹੜੇ ਵੱਡੇ ਡਿਸਕਾਊਂਟ ਦਿੱਤੇ ਜਾਂਦੇ ਹੈਗੇ ਕੰਪਨੀਜ਼ ਵੱਲੋਂ, ਉਹ ਅਸਲੀ ਵਿੱਚ ਡਿਸਕਾਊਂਟ ਹੁੰਦੇ ਹੈਗੇ ਜਾਂ ਫਿਰ ਸਿਰਫ ਇੱਕ ਐਡਵਰਟੀਜ਼ਮੈਂਟ ਜਾਂ ਫਿਰ ਸਿਰਫ ਆਪਦੀ ਮਸ਼ਹੂਰੀ ਕਰਨ ਦਾ ਕਹਿ ਲਓ ਇੱਕ ਤਰੀਕਾ ਹੁੰਦੇ ਹੈਗੇ। Now the answer to this question is, the majority of times, ਜ਼ਿਆਦਾਤਰ it is seen, ਇਹ ਦੇਖਿਆ ਗਿਆ ਹੈ, that discounts offered, ਜਿਹੜੇ ਡਿਸਕਾਊਂਟ ਆਫਰ ਕੀਤੇ ਜਾਂਦੇ ਨੇਗੇ, are just marketing gimmicks ਜਾਂ ਫਿਰ tricks। ਮਤਲਬ ਇੱਕ ਸਿਰਫ ਟ੍ਰਿਕ ਹੁੰਦੀ ਹੈਗੀ, ਗਿਮਿਕ ਹੁੰਦਾ ਹੈਗਾ ਇੱਕ ਤਰੀਕੇ ਦਾ ਝਾਂਸਾ ਦੇਣਾ ਕਿਸੇ ਨੂੰ ਕਿ ਫਸਾਉਣ ਦੇ ਲਈ। ਸੋ ਮਾਰਕੀਟਿੰਗ ਗਿਮਿਕਸ ਹੁੰਦੀਆਂ ਨੇਗੀਆਂ ਜਾਂ ਫਿਰ ਟ੍ਰਿਕਸ ਹੁੰਦੀਆਂ ਨੇਗੀਆਂ, ਇਹ ਡਿਸਕਾਊਂਟ ਹੁੰਦੇ ਆ ਜਿਹੜੇ ਅਸਲ ਦੇ ਵਿੱਚ ਇਹ ਡਿਸਕਾਊਂਟ ਬਹੁਤ ਰੇਅਰ ਚਾਂਸਸ ਹੁੰਦੇ ਆ ਕਿ ਇਹ ਰੀਅਲ ਡਿਸਕਾਊਂਟ ਹੋਣਗੇ। ਓਕੇ, ਇਟ ਇਜ਼ tricks. Usually discounts are offered
ਅਕਸਰ ਜਿਹੜੇ ਡਿਸਕਾਊਂਟ ਹੈਗੇ ਜਿਹੜੇ ਉਹ ਆਫਰ ਕੀਤੇ ਜਾਂਦੇ ਹੈਗੇ ਔਨ ਆਊਟਡੇਟਡ, ਅਨਸੋਲਡ, ਡਿਫੈਕਟਡ ਔਰ ਅਨਪੋਪੂਲਰ ਪ੍ਰੋਡਕਟਸ। ਇਹਨਾਂ 'ਚੋਂ ਕੋਈ ਵੀ ਦੋ ਨਾਮ ਯਾਦ ਰਹਿ ਜਾਣ ਜਾਂ ਚਾਰੇ ਦੇ ਚਾਰੇ ਰਹਿ ਜਾਣ ਤਾਂ ਉਹ ਕਹਿ ਸਕਦੇ ਹੋ ਕਿ ਡਿਸਕਾਊਂਟ ਕਿਹੋ ਜਿਹੇ ਪ੍ਰੋਡਕਟਸ ਦੇ ਉੱਪਰ ਆਫਰ ਕੀਤੇ ਜਾਂਦੇ ਰਾਜੇ। ਆਊਟਡੇਟਡ ਜਿਹੜੇ ਕਿ ਮਤਲਬ ਪੁਰਾਣੇ ਹੋ ਚੁੱਕੇ ਹੈਗੇ, ਅੱਜ ਕੱਲ੍ਹ ਨਹੀਂ ਚੱਲਦੇ। ਅਨਸੋਲਡ ਜਿਹੜੇ ਵਿਕੀ ਨਹੀਂ ਹੈਗੀ ਕੋਈ ਵੀ ਚੀਜ਼, ਉਹਨਾਂ ਕੋਲੇ ਕਾਫੀ ਟਾਈਮ ਤੋਂ ਪਈ ਹੈਗੀ। ਜਾਂ ਫਿਰ ਡਿਫੈਕਟਡ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਖਰਾਬੀ ਹੈ ਜਿਹੜੇ ਪ੍ਰੋਡਕਟਸ ਦੇ ਵਿੱਚ। ਜਾਂ ਫਿਰ ਅਨਪੋਪੂਲਰ ਮਤਲਬ ਉਹ ਪੋਪੂਲਰ ਨਹੀਂ ਹੋਏ ਹੈਗੇ, ਜ਼ਿਆਦਾ ਚੱਲੇ ਨਹੀਂ ਹੈਗੇ ਉਹ ਪ੍ਰੋਡਕਟ। ਇਹੋ ਜਿਹੇ ਪ੍ਰੋਡਕਟਸ ਦੇ ਉੱਪਰ ਡਿਸਕਾਊਂਟ ਦਿੱਤਾ ਜਾਂਦਾ ਹੈਗਾ। ਬਿਸਾਈਡਸ ਇਸ ਤੋਂ ਇਲਾਵਾ ਸੱਚ ਡਿਸਕਾਊਂਟਸ ਜਿਹੜੇ ਇਹੋ ਜਿਹੇ ਡਿਸਕਾਊਂਟਸ ਹੈ ਹੈਵ ਅ ਲੋਟ ਆਫ ਟਰਮਸ ਐਂਡ ਕੰਡੀਸ਼ਨਸ। ਹੁਣ ਅਕਸਰ ਤੁਸੀਂ ਕੋਈ ਵੀ ਆਫਰ ਦੇਖੋਗੇ ਕਿਤੇ ਵੀ, ਭਾਵੇਂ ਕਿਸੇ ਵੈਬਸਾਈਟ ਤੇ ਦੇਖ ਲਓ, ਭਾਵੇਂ ਕਿਸੇ ਸ਼ਾਪ ਦੇ ਉੱਪਰ ਲਿਖ ਲਓ, ਉਹਦੇ ਨਾਲ ਇੱਕ ਛੋਟਾ ਜਿਹਾ ਸਟਾਰ ਬਣਾ ਕੇ ਲਿਖਿਆ ਹੁੰਦਾ ਟਰਮਸ ਐਂਡ ਕੰਡੀਸ਼ਨਸ ਅਪਲਾਈ। ਤੇ ਉਹ ਟਰਮਸ ਐਂਡ ਕੰਡੀਸ਼ਨਸ ਜਿਹੜੀਆਂ ਹੁੰਦੀਆਂ ਨੇਗੀਆਂ ਉਹ ਅਕਸਰ ਸ਼ੁਰੂ ਦੇ ਵਿੱਚ ਦੱਸੀਆਂ ਨਹੀਂ ਜਾਂਦੀਆਂ ਹੈਗੀਆਂ। ਓਕੇ, ਸੋ ਦੈਟ ਇਜ਼ ਵਾਟ ਇਟ ਇਜ਼ ਅਬਾਊਟ। ਸੱਚ ਡਿਸਕਾਊਂਟਸ ਹੈਵ ਅ ਲੋਟ ਆਫ ਟਰਮਸ ਐਂਡ ਕੰਡੀਸ਼ਨਸ ਅਬਾਊਟ ਵਿਚ ਕਸਟਮਰਸ ਆਰ ਨੈਵਰ ਟੋਲਡ ਪ੍ਰੋਪਰਲੀ, ਜਿਨ੍ਹਾਂ ਨੂੰ ਕਦੇ ਵੀ ਕਸਟਮਰਸ ਨੂੰ ਪ੍ਰੋਪਰਲੀ ਨਹੀਂ ਦੱਸਿਆ ਜਾਂਦਾ ਹੈਗਾ। ਓਵਰਆਲ ਦੇਖਿਆ ਜਾਵੇ ਤਾਂ ਡਿਸਕਾਊਂਟਸ ਆਰ ਮੋਸਟਲੀ ਡਿਸੀਵਿੰਗ ਹੁੰਦਾ ਹੈਗਾ, ਧੋਖਾ ਦੇਣ ਵਾਲੇ। ਓਕੇ, deceiving and encourage excessive consumerism। ਤੇ ਡਿਸਕਾਊਂਟ ਦੇ ਚੱਕਰ 'ਚ ਹੀ ਲੋਕੀ ਜ਼ਿਆਦਾ ਖਰਚ ਕਰ ਬੈਠਦੇ ਹੈਗੇ। ਫॉर ਐਗਜ਼ਾਮਪਲ ਕਈ ਵਾਰੀ ਮਾਲਸ ਜਾਂ ਕਿਸੇ ਵੀ ਹੋਰ ਸਟੋਰ ਦੇ ਉੱਪਰ ਹੁੰਦਾ ਹੈਗਾ, ਸਪੈਸ਼ਲੀ ਕਲੋਥਿੰਗ ਸਟੋਰਸ ਦੇ ਉੱਪਰ ਤੁਹਾਨੂੰ ਦੇਖਣ ਨੂੰ ਮਿਲੂਗਾ ਕਿ ਜੇ ਤੁਸੀਂ 5000 ਦੇ ਕੱਪੜੇ ਲਓਗੇ ਤਾਂ ਤੁਹਾਨੂੰ ਕੁਝ ਹੋਰ ਫ੍ਰੀ ਮਿਲੂਗਾ ਉਹਦੇ ਨਾਲ। ਤਾਂ ਜੇ ਹੁਣ ਕਿਸੇ ਇਨਸਾਨ ਨੇ ਸਪੋਜ਼ ਇੱਕ ਦੋ ਚੀਜ਼ਾਂ ਹੀ ਲੈਣੀਆਂ ਨੇਗੀਆਂ ਤਾਂ ਉਹ ਕੋਸ਼ਿਸ਼ ਕਰੂਗਾ ਕਿ ਮੈਂ 5000 ਤੱਕ ਦਾ ਬਜਟ ਜਾਂ 5000 ਤੱਕ ਦੀ ਸ਼ਾਪਿੰਗ ਕਰ ਲਵਾਂ ਤਾਂ ਕਿ ਮੈਨੂੰ ਉਹ ਚੀਜ਼ ਫ੍ਰੀ ਮਿਲ ਜਾਵੇ। ਤੇ ਇਹੀ ਚੀਜ਼ ਹੈਗੀ ਜਿਹੜੀ ਇਸੇ ਨੂੰ ਹੀ ਕਹਿੰਦੇ ਆ ਐਕਸੈਸਿਵ ਕੰਜ਼ਿਊਮਰਿਜ਼ਮ। ਸੋ ਜਿਹੜੇ ਡਿਸਕਾਊਂਟਸ ਹੈਗੇ ਜਾਂ ਜਿਹੜੇ ਆਫਰ ਹੈਗੇ ਉਹ ਐਨਕਰੇਜ ਕਰਦੇ ਹੈਗੇ ਐਕਸੈਸਿਵ ਕੰਜ਼ਿਊਮਰਿਜ਼ਮ ਨੂੰ। ਲੋਕ ਹੈਗੇ ਜਿਹੜੇ ਬਿਨਾਂ ਲੋੜ ਤੋਂ ਵੱਧ ਚੀਜ਼ਾਂ ਖਰੀਦਦੇ ਹੈਗੇ ਤੇ ਜਿਹੜੀ ਕਿਤੇ ਨਾ ਕਿਤੇ ਇੱਕ ਮਾੜੀ ਗੱਲ ਹੈਗੀ। Okay, so these were the answers for the first Q card। ਜਿਹੜੇ follow up questions ਹੈਗੇ first Q card ਦੇ ਉਹਦੇ ਆਨਸਰ ਸੀਗੇ। I hope ਤੁਹਾਨੂੰ ਸਮਝ ਆਏ ਹੋਣਗੇ। If you guys have any doubt, write me up in the comment section। ਤੇ ਜੇ ਤੁਹਾਨੂੰ ਇਸ ਸਾਰੀ ਮੇਰੀ ਸਪੀਕਿੰਗ ਦੀ PDF ਬੁੱਕ ਚਾਹੀਦੀ ਹੈਗੀ then you guys can contact me। Okay, keep learning, keep striving and always remember guys, knowledge is the real power। Bye, signing off।